हेलो बेटा, पिछली वीडियो ਦੇ ਵਿੱਚ ਬੇਟੇ ਆਪਾਂ ਵੇਵ ਫੰਕਸ਼ਨ ਬਾਰੇ ਡਿਸਕਸ ਕਰ ਰਹੇ ਸੀ ਕਿ ਸ਼੍ਰੋਡਿੰਜਰ ਇਕੁਏਸ਼ਨ ਹੈ ਸਾਨੂੰ એનર્ਜੀ ਲੈਵਲ ਪੋਸੀਬਲ એનર્ਜੀ ਲੈਵਲਸ ਬਾਰੇ ਦੱਸਦੀ ਹੈ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨ ਹੈ ਜਿਹੜੇ ਐਗਜ਼ਿਸਟ ਕਰ ਸਕਦੇ ਆ ਤੇ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਵੇਵ ਫੰਕਸ਼ਨ ਹੁੰਦਾ ਜਿਹਨੂੰ ਅਸੀਂ ਸਾਈ ਨਾਲ ਲਿਖਦੇ ਹਾਂ। ਜਿਹੜਾ ਵੇਵ ਫੰਕਸ਼ਨ ਹੈ ਨਾ ਬੇਟੇ ਉਹ ਇੱਕ ਮੈਥਮੈਟੀਕਲ ਫੰਕਸ਼ਨ ਹੈ, एक सिर्फ मैथमेटिकल फंक्शन है एंड हैज़ नो फिजिकल सिग्निफिकेंस। कोई फिजिकल सिग्निफिकेंस आई नहीं कह सकते भी आ वेव फंक्शन आ चीज़ एक मैथमेटिकल एक्सप्रेशन है, ठीक है। दीज वेव फंक्शनस आर नोन एज एटॉमिक ऑर्बिटल्स। इन्होंने असीं वेव फंक्शनस नूं की कहने आ, एटॉमिक ऑर्बिटल्स कहते हैं। क्लीयर। हुण आपां जे ਕਿਸੇ ਵੀ ਇਲੈਕਟ੍ਰੋਨ ਨੂੰ ਕਿਸੇ ਐਟਮ ਦੇ ਵਿੱਚ ਆਪਾਂ ਦੇਖਣਾ ਹੋਵੇ ਕਿ ਕਿੱਥੇ ਐਗਜ਼ਿਸਟ ਕਰ ਸਕਦਾ ਹੈ ਐਟਮ ਦੇ ਵਿੱਚ ਇਲੈਕਟ੍ਰੋਨ, ਤਾਂ ਉਹ ਅਸੀਂ ਪੱਕੀ ਪੋਜੀਸ਼ਨ ਨਹੀਂ ਆਪਾਂ ਹਿਜ਼ਨਬਰਗ ਪ੍ਰਿੰਸੀਪਲ ਕੀਤਾ ਹੈ, ਪੱਕੀ ਨਹੀਂ ਦੱਸਦੇ, ਸਿਰਫ ਉਹਦੀ ਪ੍ਰੋਬੇਬਿਲਿਟੀ ਦੱਸ ਸਕਦੇ ਹਾਂ, ਸੰਭਾਵਨਾ ਦੱਸ ਸਕਦੇ ਹਾਂ ਕਿ ਇਲੈਕਟ੍ਰੋਨ ਕਿੱਥੇ ਹੋ ਸਕਦਾ। ਪ੍ਰੋਬੇਬਿਲਿਟੀ ਦਾ ਮਤਲਬ ਸੰਭਾਵਨਾ ਕਿੱਥੇ ਹੋਣ ਦੀ ਜ਼ਿਆਦਾ ਹੋ ਸਕਦੀ ਹੈ। ਦ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਐਨ ਇਲੈਕਟ੍ਰੋਨ ਇਨ ਐਨ ਐਟ ਅ ਪੁਆਇੰਟ, ਕਿਸੇ ਪੁਆਇੰਟ ਦੇ ਉੱਤੇ ਮਤਲਬ ਆਪਾਂ ਨਿਊਕਲੀਅਸ ਦੇ ਦੁਆਲੇ ਕੋਈ ਪੁਆਇੰਟ ਲੈ ਲਿਆ कि उत्ते प्रोबेबिलिटी कितनी है ਉਹਦੀ फाइंडिंग प्रोबेबिलिटी ऑफ फाइंडिंग इलैक्ट्रॉन एट अ पॉइंट विदन एन एटम। एक एटम ਦੇ ਵਿੱਚ ਇੱਕ ਪੁਆਇੰਟ ਤੇ ਕਿਸੇ ਇਲੈਕਟ੍ਰੋਨ ਦੀ ਹੋਣ ਦੀ ਕਿੰਨੀ ਪ੍ਰੋਬੇਬਿਲਿਟੀ ਹੈ ਉਹ ਕਿਹਦੇ ਪ੍ਰੋਪੋਰਸ਼ਨਲ ਹੁੰਦੀ ਹੈ ਬੇਟੇ, ਇਜ਼ ਪ੍ਰੋਪੋਰਸ਼ਨਲ ਟੂ ਦਾ ਸਾਈ ਸਕੁਅਰ ਐਟ ਦੈਟ ਪੁਆਇੰਟ। ਸਾਈ ਕੀ ਚੀਜ਼ ਸੀ? ਵੇਵ ਫੰਕਸ਼ਨ। ਵੇਵ ਫੰਕਸ਼ਨ ਦੇ ਸਕੁਅਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। मतलब ਕੀ ਹੋਇਆ ਬੇਟੇ ਕਿ ਵੇਵ ਫੰਕਸ਼ਨ ਦਾ ਸਕੁਅਰ ਹੈ ਨਾ ਜਿਹੜਾ ਉਹ ਸਾਨੂੰ ਦੱਸੇਗਾ ਕਿ ਇਲੈਕਟ੍ਰੋਨ ਕਿੱਥੇ ਜ਼ਿਆਦਾ ਪੋਸੀਬਿਲਿਟੀ ਹੈ ਹੋਣ ਦੀ, ਐਟਮ ਦੇ ਵਿੱਚ ਇਲੈਕਟ੍ਰੋਨ ਦੇ ਹੋਣ ਦੀ ਸੰਭਾਵਨਾ ਕਿੱਥੇ ਜ਼ਿਆਦਾ ਹੈ ਉਹ ਸਾਨੂੰ ਕੀ ਦੱਸੇਗਾ? ਵੇਵ ਫੰਕਸ਼ਨ ਦਾ ਸਕੁਅਰ। ਕਲੀਅਰ ਹੋ ਗਿਆ। ਮੇਨ ਚੀਜ਼ ਤੁਹਾਨੂੰ ਇਹ ਹੈ, ਇਹਦਾ ਮਤਲਬ ਐਟੋਮਿਕ ਆਰਬਿਟਲ ਹੈ ਜਿਹੜਾ ਉਹ ਕੀ ਹੈ? ਵੇਵ ਫੰਕਸ਼ਨ ਦਾ ਸਕੁਅਰ ਹੈ, ਮਤਲਬ ਇਹੀ ਸਾਨੂੰ ਦੱਸੇਗਾ। ਹੁਣ ਇਸ ਥਿਊਰੀ ਦੇ ਜਿਹੜੇ ਵੱਡੇ ਮੇਨ ਫੀਚਰਸ ਹੈ ਨਾ, ਜਿਹੜੇ ਇੰਪੋਰਟੈਂਟ ਫੀਚਰਸ ਜਿਹੜੇ ਇਸ ਕੁਆਂਟਮ ਮਕੈਨੀਕਲ ਥਿਊਰੀ ਦੇ ਉਹ ਤੁਸੀਂ ਯਾਦ ਕਰੋ। ਇਹ ਸਿਰਫ ਤੁਹਾਨੂੰ ਬੇਟੇ ਮਤਲਬ ਰੱਟੇ ਨਹੀਂ ਮਾਰਨੇ ਇਸ ਥਿਊਰੀ ਨੇ, ਤੁਸੀਂ ਇਹ ਸਿਰਫ ਸਮਝਣ ਵਾਸਤੇ ਹੈ ਤਾਂ ਕਿ ਤੁਸੀਂ ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨਸ ਹੋਣਗੇ ਉਹਨਾਂ ਨੂੰ ਸੋਲਵ ਕਰ ਸਕੋਗੇ। ਜਦੋਂ ਅੱਗੋਂ ਤੁਸੀਂ ਟੌਪਿਕ ਪੜ੍ਹੋਗੇ ਉਦੋਂ ਤੁਹਾਨੂੰ ਸਮਝ ਆਏਗੀ ਕਿ ਇਹ ਚੀਜ਼ਾਂ ਦਾ ਕੀ ਫਾਇਦਾ ਸੀ ਸਾਨੂੰ, ਠੀਕ ਹੈ। ਤਾਂ ਇੰਪੋਰਟੈਂਟ ਫੀਚਰਸ ਆਫ ਕੁਆਂਟਮ ਮਕੈਨੀਕਲ ਮਾਡਲ ਆਫ ਐਟਮ। ਪਹਿਲਾ ਕੀ ਚੀਜ਼ ਹੈ? The energy of electrons in an atom is quantized। ਕਿਸੇ ਵੀ એનર્ਜੀ ਜਿਹੜੀ ਐਟਮ ਹੈ ਉਹਦੇ ਵਿੱਚ ਇਲੈਕਟ੍ਰੋਨਸ ਦੀ એનર્ਜੀ ਹੈ ਨਾ ਜਿਹੜੀ ਉਹ ਕੁਆਂਟਾਈਜ਼ਡ ਹੁੰਦੀ ਹੈ। ਕੁਆਂਟਾਈਜ਼ਡ ਦਾ ਮਤਲਬ ਕੀ ਹੈ ਬੇਟੇ? ਜਿਹਦੀ ਫਿਕਸ ਵੈਲਿਊ ਹੋਵੇ, ਜਿਹਨੂੰ ਗਿਣਿਆ ਜਾ ਸਕੇ। ਕੁਆਂਟਾਈਜ਼ਡ ਦਾ ਮਤਲਬ ਜਿਹਨੂੰ ਕੈਲਕੂਲੇਟ ਕੀਤਾ ਜਾ ਸਕੇ। The energy of electron in an atom is quantized, that is it can have only certain specific value। ਮਤਲਬ ਉਹਦੀ ਇੱਕ ਪੱਕੀ ਵੈਲਿਊ, ਸਰਟਨ ਵੈਲਿਊ ਹੋਏਗੀ, ਉਹਨੂੰ ਅਸੀਂ ਕਹਿੰਦੇ ਹਾਂ ਕੁਆਂਟਾਈਜ਼ਡ। ਦੂਸਰੀ ਚੀਜ਼ ਮਤਲਬ ਹਰੇਕ ਇਲੈਕਟ੍ਰੋਨ ਦੀ એનર્ਜੀ ਹੈ ਜਿਹੜੀ ਡੈਫੀਨਿਟ ਹੈ। ਦੂਸਰੀ ਚੀਜ਼ ਕੁਆਂਟਾਈਜ਼ਡ એનર્ਜੀ ਲੈਵਲਸ ਆਰ ਓਬਟੇਨਡ ਫਰੋਮ ਦਾ ਸੋਲੂਸ਼ਨ ਆਫ ਦਾ ਸ਼੍ਰੋਡਿੰਜਰ ਵੇਵ ਇਕੁਏਸ਼ਨ। ਹੁਣ ਇਹਨੇ ਜਿਹੜੇ ਕੁਆਂਟਾਈਜ਼ਡ એનર્ਜੀ ਲੈਵਲ ਹੈ ਉਹ ਕਿੱਥੋਂ ਮਿਲੇ ਸਾਨੂੰ? ਸ਼੍ਰੋਡਿੰਜਰ ਵੇਵ ਇਕੁਏਸ਼ਨ ਨੂੰ ਸੋਲਵ ਕਰਨ ਤੋਂ ਬਾਅਦ। ਜਦੋਂ ਇਹਨੂੰ ਸੋਲਵ ਕੀਤਾ ਗਿਆ ਤਾਂ ਇਹਦੇ ਸੋਲੂਸ਼ਨ ਮਿਲੇ। ਉਹਦਾ ਸੋਲੂਸ਼ਨ ਹੈ ਜਿਹੜਾ ਉਹਨੇ ਸਾਨੂੰ ਦਿੱਤੇ ਕਿ ਇਹ ਕੁਆਂਟਾਈਜ਼ਡ એનર્ਜੀ ਲੈਵਲ ਹੈ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨ ਐਗਜ਼ਿਸਟ ਕਰ ਸਕਦਾ ਹੈ। ਕਲੀਅਰ। ਤੀਸਰੀ ਚੀਜ਼ ਕੀ ਹੈ ਬੇਟੇ? ਦ ਪਾਥ ਆਫ ਇਲੈਕਟ੍ਰੋਨ ਇਜ਼ ਓਨਲੀ ਪ੍ਰੋਬੇਬਲ ਨਾਟ ਐਗਜ਼ੈਕਟ। ਜਿਹੜਾ ਇਲੈਕਟ੍ਰੋਨ ਦਾ ਪਾਥ ਹੈ ਨਾ ਉਹ ਕੀ ਹੈ? ਪ੍ਰੋਬੇਬਲ ਹੈ, ਫਿਕਸ ਨਹੀਂ। ਕਿਉਂ? ਕਿਉਂਕਿ ਇਲੈਕਟ੍ਰੋਨ ਘੁੰਮ ਰਿਹਾ ਆਸੇ ਪਾਸੇ, ਉਹ ਵੇਵ ਦੇ ਵਿੱਚ ਘੁੰਮ ਰਿਹਾ, ਤਾਂ ਉਹਦਾ ਪਾਥ ਐਗਜ਼ੈਕਟ ਕਿਵੇਂ ਹੋ ਸਕਦਾ? ਕਦੇ ਉਹ ਕ੍ਰੈਸਟ 'ਤੇ ਜਾਏਗਾ, ਕਦੇ ਟਰਫ, ਕਦੇ ਕ੍ਰੈਸਟ, ਕਦੇ ਟਰਫ, ਠੀਕ ਹੈ। ਤਾਂ ਉਹਦਾ ਜਿਹੜਾ ਪਾਥ ਹੈ ਨਾ ਇਲੈਕਟ੍ਰੋਨ ਦਾ ਉਹ ਪ੍ਰੋਬੇਬਲ ਹੁੰਦਾ ਹੈ, ਉਹ ਐਗਜ਼ੈਕਟ ਨਹੀਂ ਹੁੰਦਾ। ਮਤਲਬ ਦੱਸ ਕਿ ਵੀ ਇੱਥੇ ਹੈ ਉਹ ਪ੍ਰੋਬੇਬਲ ਹੈ, ਮਤਲਬ ਪ੍ਰੋਬੇਬਿਲਿਟੀ ਹੈ ਉਹਦੀ ਕਿੱਥੇ ਕਿੱਥੇ ਹੋ ਸਕਦਾ ਹੈ, ਸੰਭਾਵਨਾ ਹੈ, ਉਹ ਸੰਭਾਵਿਤ ਹੈ ਉਹਦਾ ਜਿਹੜਾ ਪਾਥ ਹੈ। ਨੈਕਸਟ ਹੈ ਜਿਹੜਾ ਪੁਆਇੰਟ ਬੇਟੇ ਦਾ ਥਿਊਰੀ ਦਾ, ਐਨ ਐਟੋਮਿਕ ਆਰਬਿਟਲ ਇਜ਼ ਦ ਵੇਵ ਫੰਕਸ਼ਨ ਸਾਈ ਫਾਰ ਐਨ ਇਲੈਕਟ੍ਰੋਨ ਇਨ ਐਨ ਐਟਮ। ਐਟੋਮਿਕ ਆਰਬਿਟਲ ਹੈ ਨਾ ਜਿਹੜਾ ਉਹ ਕਿਸੇ ਵੀ ਐਟਮ ਦੇ ਵਿੱਚ ਇਲੈਕਟ੍ਰੋਨ ਦਾ ਵੇਵ ਫੰਕਸ਼ਨ ਹੈ ਜਿਹਨੂੰ ਅਸੀਂ ਸਾਈ ਦੇ ਨਾਲ ਲਿਖਦੇ ਹਾਂ, ਠੀਕ ਹੈ, ਕਿਸੇ ਵੀ ਐਟਮ ਦੇ ਵਿੱਚ। ਹੁਣ ਅਸੀਂ ਕੀ ਕਹਿੰਦੇ ਹਾਂ? ਸਿੰਸ ਮੈਨੀ ਵੇਵ ਫੰਕਸ਼ਨਸ ਆਰ ਪੋਸੀਬਲ ਫਾਰ ਐਨ ਇਲੈਕਟ੍ਰੋਨ। ਹੁਣ ਇਲੈਕਟ੍ਰੋਨ ਦੇ ਵੇਵ ਫੰਕਸ਼ਨ ਕੀ ਹੈ? ਬਹੁਤ ਜ਼ਿਆਦਾ ਹੋ ਸਕਦੇ ਹੈ।
तो इसे करके एक इलैक्ट्रॉन वास्ते ऑर्बिटल भी बहुत ज़्यादा हो सकते हैं। तो इसका मतलब साडे ऑर्बिटल भी किन्ने तरह के होंगे। देयर आर मैनी एटॉमिक ऑर्बिटल इन एन एटम, क्योंकि वेव फंक्शन बहुत हो सकते हैं, इस करके एटॉमिक ऑर्बिटल्स भी काफ़ी हो सकते हैं। एन ऑर्बिटल कैन नॉट कंटेन मोर दैन 2 इलैक्ट्रॉन, तो एक ऑर्बिटल दे विच वो 2 इलैक्ट्रॉन तो वध इलैक्ट्रॉन नूं नहीं समा सकता, ਉਹਦੇ 'ਚ 2 ਇਲੈਕਟ੍ਰੋਨ ਤੋਂ ਵੱਧ ਇਲੈਕਟ੍ਰੋਨ ਨਹੀਂ ਆ ਸਕਦੇ। ਇੱਕ ਆਰਬਿਟਲ ਦੇ ਵਿੱਚ ਮੈਕਸਿਮਮ ਇਲੈਕਟ੍ਰੋਨ ਕਿੰਨੇ ਆ ਸਕਦੇ ਆ? 2, ਜਾਂ ਇੱਕ ਆਏਗਾ ਜਾਂ 2 ਆਉਣਗੇ ਜਾਂ ਕੋਈ ਵੀ ਨਹੀਂ ਹੋਏਗਾ। ਠੀਕ ਹੈ, 2 ਤੋਂ ਵੱਧ ਨਹੀਂ ਹੋ ਸਕਦੇ। ਕਿ ਬਟੇ ਹੁਣ ਜਿਹੜੀ ਸਾਰੀ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਨਾ ਇਲੈਕਟ੍ਰੋਨ ਦੀ, ਉਹ ਵੇਵ ਫੰਕਸ਼ਨ 'ਚ ਹੈ। ਮਤਲਬ ਵੇਵ ਫੰਕਸ਼ਨ ਸਾਨੂੰ ਸਾਰੀ ਇਨਫੋਰਮੇਸ਼ਨ ਦੇ ਸਕਦਾ ਹੈ ਇਲੈਕਟ੍ਰੋਨ ਦੀ। क्लियर हो गया? ऑल द इंफॉर्मेशन अबाउट द इलेक्ट्रॉन इन एन एटम इज स्टोर्ड इन इट्स ऑर्बिटल वेव फंक्शन साई, मतलब स्टोर हुई भी है ਉਹਦੇ ਵਿੱਚ ਸਾਰੀ ਦੀ ਸਾਰੀ इन्फॉर्मेशन। क्वांटम मैकेनिक्स ने की किया बेटे? द क्वांटम मैकेनिक्स मेक इट पॉसिबल टू एक्सट्रैक्ट दिस इंफॉर्मेशन आउट ऑफ द साई। ने की किया? क्वांटम मैकेनिक्स ने की किया, इस थ्योरी ने की किया कि ਜਿਹੜੀ ਸਾਈ ਦੇ ਵਿੱਚੋਂ ਉਹਦੀ ਇਨਫੋਰਮੇਸ਼ਨ ਨੂੰ ਐਕਸਟ੍ਰੈਕਟ ਕਰ ਲਿਆ, ਬਾਹਰ ਕੱਢ ਲਿਆ ਤੇ ਸਾਨੂੰ ਦੱਸਤਾ ਕਿ ਆਹ ਇਨਫੋਰਮੇਸ਼ਨ ਅਸੀਂ ਇਵੇਂ ਲੈ ਸਕਦੇ ਹਾਂ। ਫਿਰ ਹੁਣ ਸਾਡੇ ਕੋਲੇ ਕੀ ਆ ਗਿਆ? ਅਸੀਂ ਜਿਹੜਾ ਇਲੈਕਟ੍ਰੋਨ ਹੈ ਨਾ ਉਹਦਾ ਸਾਨੂੰ ਪੱਕਾ ਪਤਾ ਲੱਗ ਗਿਆ। ਮਤਲਬ ਕੀ ਕਹਿ ਲਈਏ ਆਪਾਂ ਕਿ ਕੰਪਲੀਟ ਐਡਰੈਸ ਪਤਾ ਲੱਗ ਗਿਆ ਸਾਨੂੰ ਇਲੈਕਟ੍ਰੋਨ ਦਾ, ਕਿ ਉਹ ਕਿੱਥੇ ਰਹਿੰਦਾ ਹੈ, ਐਟਮ ਦੇ ਵਿੱਚ ਕਿੱਥੇ ਰਹਿੰਦਾ ਹੈ। ਇਹ ਕਿਹਨੇ ਬਣਾਇਆ, ਕਿਹਨੇ ਦੱਸਿਆ ਸਾਨੂੰ ਉਹਦਾ ਪਤਾ? ਕੁਆਂਟਮ ਮਕੈਨਿਕਸ ਨੇ। ਇਹ ਸਾਈ ਦੇ ਵਿੱਚੋਂ ਉਹਦੀ ਇਨਫੋਰਮੇਸ਼ਨ ਨੂੰ ਸਾਰੀ ਨੂੰ ਬਾਹਰ ਕੱਢ ਲਿਆ ਕੁਆਂਟਮ ਮਕੈਨਿਕਸ ਨੇ। ਕਲੀਅਰ? ਅਗਲਾ ਜਿਹੜਾ ਪੁਆਇੰਟ ਹੈ ਕੀ ਹੈ? ਦ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਐਨ ਇਲੈਕਟ੍ਰੋਨ ਐਟ ਅ ਪੁਆਇੰਟ। ਜੇ ਆਪਾਂ ਕਿਸੇ ਵੀ ਪੁਆਇੰਟ ਦੇ ਉੱਤੇ ਪ੍ਰੋਬੇਬਿਲਿਟੀ ਦੇਖਣੀ ਹੈ, ਠੀਕ ਹੈ, ਐਟ ਦ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਐਨ ਇਲੈਕਟ੍ਰੋਨ ਐਟ ਅ ਪੁਆਇੰਟ ਇਨ ਐਨ ਐਟਮ ਇਜ਼ ਪ੍ਰੋਪੋਰਸ਼ਨਲ ਟੂ ਸਾਈ ਸਕੁਏਅਰ। ਇਹ ਤਾਂ ਆਪਾਂ ਪਹਿਲਾਂ ਵੀ ਕੀਤਾ, ਪਰ ਹੁਣ ਆਪਾਂ ਜਿਹੜੀਆਂ ਪੁਆਇੰਟਸ ਇਹਦੇ ਥਿਊਰੀ ਦੇ ਵਿੱਚ ਉੱਥੇ ਲਿਖਣਾ ਹੀ ਸੀ ਕਿ ਜਿਹੜੀ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਇਲੈਕਟ੍ਰੋਨ ਹੈ ਸਾਈ ਸਕੁਏਅਰ ਦੇ ਬਰਾਬਰ ਹੈ, ਇਹਦੇ ਪ੍ਰੋਪੋਰਸ਼ਨਲ ਹੈ ਐਟ ਦੈਟ ਪੁਆਇੰਟ। मतलब ਜਿਹੜੇ ਪੁਆਇੰਟ ਤੇ ਅਸੀਂ ਦੇਖ ਰਹੇ ਹਾਂ ਕਿ ਇਲੈਕਟ੍ਰੋਨ ਕਿੰਨਾ ਹੋ ਸਕਦਾ ਹੈ, ਉਹਦੀ ਸੰਭਾਵਨਾ ਕਿਹਦੇ ਪ੍ਰੋਪੋਰਸ਼ਨਲ ਹੈ? ਸਾਈ ਸਕੁਏਅਰ, ਵੇਵ ਫੰਕਸ਼ਨ ਦੇ ਸਕੁਏਅਰ ਦੇ। ਸਾਈ ਸਕੁਏਅਰ ਇਜ਼ ਨੋਨ ਐਜ਼ ਪ੍ਰੋਬੇਬਿਲਿਟੀ ਡੈਂਸਿਟੀ। ਹੁਣ ਕੀ ਲਿਖਦੇ ਹਾਂ ਆਪਾਂ? ਪ੍ਰੋਬੇਬਿਲਿਟੀ ਡੈਂਸਿਟੀ ਵੀ ਕਹਿ ਦਿੰਦੇ ਹਾਂ ਅਸੀਂ, ਸਾਈ ਸਕੁਏਅਰ ਨੂੰ ਅਸੀਂ ਪ੍ਰੋਬੇਬਿਲਿਟੀ ਡੈਂਸਿਟੀ ਵੀ ਕਹਿੰਦੇ ਹਾਂ। ਕਲੀਅਰ ਹੋ ਗਿਆ? ਹੁਣ ਬੇਟੇ ਆਪਾਂ ਹੁਣ ਇਸ ਥਿਊਰੀ ਦੇ ਪੜ੍ਹਨ ਤੋਂ ਬਾਅਦ ਸਾਨੂੰ ਇਹ ਚੀਜ਼ ਕਲੀਅਰ ਹੋ ਗਈ ਕਿ ਇਹਦੇ ਵਿੱਚ ਐਟਮ ਦੇ ਵਿੱਚ ਅਟੋਮਿਕ ऑर्बिटल है कोई चीज़ ਜਿਹੜੀ ਕਿ ਸਾਨੂੰ ਜਿਹਦੇ ਵਿੱਚ ਇਲੈਕਟ੍ਰੋਨ ਹੈ ਜਿਹੜੇ ਉਹ ਹੋ ਸਕਦੇ ਹੈ। ਨੈਕਸਟ ਸਾਡਾ ਟੌਪਿਕ ਬੇਟੇ ਅਟੋਮਿਕ ऑर्बिटल्स ਐਂਡ ਕੁਆਂਟਮ ਨੰਬਰਸ। ਹੁਣ ਆਪਾਂ ਦੋਨਾਂ ਚੀਜ਼ਾਂ ਨੂੰ ਡਿਸਕਸ ਕਰਾਂਗੇ, ਅਟੋਮਿਕ ऑर्बिटल ਕੀ ਹੁੰਦਾ ਤੇ ਕੁਆਂਟਮ ਨੰਬਰਸ ਕੀ ਹੁੰਦੇ ਹੈ। ਵੈਰੀ ਵੈਰੀ ਇੰਪੋਰਟੈਂਟ ਟੌਪਿਕ ਆਫ ਦਿਸ ਚੈਪਟਰ, ਠੀਕ ਹੈ। ਤੇ ਇਹਦੇ ਨਾਲ ਰਿਲੇਟਡ ਜਿਹੜਾ ਕੁਐਸਚਨ ਹੈ ਉਹ ਬਹੁਤ ਇੰਟਰਸਟਿੰਗ ਵੀ ਹੋਣਗੇ ਤੇ ਈਜ਼ੀ ਵੀ ਹੋਣਗੇ ਤੇ ਆਉਂਦੇ ਵੀ ਜ਼ਰੂਰ ਹੈ, ਠੀਕ ਹੈ। ਪਹਿਲਾਂ ਆਪਾਂ ਪੜ੍ਹਦੇ ਹਾਂ ਅਟੋਮਿਕ ऑर्बिटल। ਅਟੋਮਿਕ ऑर्बिटल ਕੀ ਹੁੰਦਾ ਬੇਟੇ? ਦ ਰੀਜਨ ਇਨ ਦ ਸਪੇਸ ਅਰਾਊਂਡ ਦ ਨਿਊਕਲੀਅਸ ਵੇਅਰ ਦ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਇਲੈਕਟ੍ਰੋਨ ਇਜ਼ ਮੈਕਸਿਮਮ। ਮਤਲਬ ਕਿ ਨਿਊਕਲੀਅਸ ਦੇ ਦੁਆਲੇ ਜਿਹੜੀ ਸਪੇਸ ਹੈ ਉਹਦੇ ਵਿੱਚ ਉਹ ਰੀਜਨ, ਉਹ ਪੁਆਇੰਟ ਜਿੱਥੇ ਇਲੈਕਟ੍ਰੋਨ ਦੇ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੋ ਸਕਦੀ ਹੈ, ਠੀਕ ਹੈ। ਨਿਊਕਲੀਅਸ ਦੇ ਦੁਆਲੇ ਜਿਹੜੀ ਸਪੇਸ ਬਣੀ ਹੋਈ ਹੈ ਉਹਦੇ ਵਿੱਚ ਇੱਕ ਰੀਜਨ ਜਿੱਥੇ ਇਲੈਕਟ੍ਰੋਨ ਦੇ ਹੋਣ ਦੀ ਸੰਭਾਵਨਾ ਮੈਕਸਿਮਮ ਹੋ ਸਕਦੀ ਹੈ ਇਜ਼ ਕਾਲਡ ਅਟੋਮਿਕ ऑर्बिटल। ਉਹਨੂੰ ਅਸੀਂ ਕੀ ਕਹਿੰਦੇ ਨੇ? ਸੰਭਾਵਨਾ ਹੈ। ਇਹਦਾ ਮਤਲਬ ਅਟੋਮਿਕ ऑर्बिटल ਨੂੰ ਕੀ ਹੋਏਗਾ ਬੇਟੇ? ਅਸੀਂ ਫਿਕਸ ਬਾਉਂਡਰੀ ਨਹੀਂ ਬਣਾਵਾਂਗੇ, ਅਸੀਂ ਇਹ ਨਹੀਂ ਕਹਿ ਸਕਦੇ ਕਿ ਬਸ ਇਲੈਕਟ੍ਰੋਨ ਇਹਦੇ ਵਿੱਚ ਹੈ। ਇਹ ਤਾਂ ਪ੍ਰੋਬੇਬਿਲਿਟੀ ਤਾਂ ਜਿੱਥੇ ਮਰਜ਼ੀ ਹੋ ਸਕਦੀ ਹੈ, ਪ੍ਰੋਬੇਬਿਲਿਟੀ ਤਾਂ ਜ਼ੀਰੋ ਕਿਤੇ ਵੀ ਨਹੀਂ ਹੋਏਗੀ, ਠੀਕ ਹੈ। ਇਜ਼ ਕਾਲਡ ਅਟੋਮਿਕ ऑर्बिटल। ਅ ਲਾਰਜ ਨੰਬਰ ਆਫ ऑर्बिटल्स ਆਰ ਪੋਸੀਬਲ ਇਨ ਅ ਐਟਮ। ਤੇ ਇੱਕ ਐਟਮ ਦੇ ਵਿੱਚ ਬਹੁਤ ਸਾਰੇ ऑर्बिटल ਹੈ ਜਿਹੜੇ ਉਹ ਪੋਸੀਬਲ ਹੁੰਦੇ ਹੈ, ਜਿੱਥੇ ਜਿੱਥੇ ਇਲੈਕਟ੍ਰੋਨ ਹੈ ਜਿਹੜਾ ਐਗਜ਼ਿਸਟ ਕਰ ਸਕਦਾ ਹੈ। ਹੁਣ ਆਪਾਂ ਸਟੱਡੀ ਡਿਟੇਲ ਦੇ ਵਿੱਚ ਪੜ੍ਹਨੀ ਹੈ ਕਿ ਇਲੈਕਟ੍ਰੋਨ ਹੈ ਜਿਹੜੇ ਕਿੱਥੇ ਹੋ ਸਕਦੇ, ਇਹ ऑर्बिटल ਕਿੱਥੇ ਹੋਣਗੇ, ਕਿਹੜੇ ਸ਼ੈੱਲ 'ਚ ਹੋਣਗੇ। ਇਹ ਚੀਜ਼ਾਂ ਬਾਰੇ ਸਾਨੂੰ ਸਾਰੀ ਨੌਲੇਜ ਕੌਣ ਦੇਗੀ? ਕੁਆਂਟਮ ਨੰਬਰਸ। ਕੌਣ ਦੇਗਾ ਸਾਨੂੰ? ਕੁਆਂਟਮ ਨੰਬਰਸ। ਤਾਂ ਕੁਆਂਟਮ ਨੰਬਰਸ ਉਹ ਨੰਬਰਸ ਹੈ ਜਿਹੜੇ ਸਾਨੂੰ ਇਲੈਕਟ੍ਰੋਨ ਦਾ ਐਡਰੈਸ ਦੱਸਣਗੇ, ਠੀਕ ਹੈ। ਐਡਰੈਸ ਦਾ ਮਤਲਬ ਕੀ ਹੁੰਦਾ ਬੇਟੇ? ਸਾਡਾ ਜਿਵੇਂ ਅਸੀਂ ਕਿਹੜੇ ਕੰਟਰੀ 'ਚ ਰਹਿੰਦੇ ਹਾਂ, ਕਿਹੜੇ ਸਿਟੀ 'ਚ ਰਹਿੰਦੇ ਹਾਂ, ਕਿਹੜੇ ਫਿਰ ਏਰੀਆ 'ਚ ਰਹਿੰਦੇ ਹਾਂ, ਠੀਕ ਹੈ। ਏਰੀਆ ਦੇ ਵਿੱਚ ਸਾਡਾ ਹਾਊਸ ਨੰਬਰ ਕਿੰਨਾ ਹੈ, ਇਹ ਸਾਰੀਆਂ ਚੀਜ਼ਾਂ ਫਿਰ ਅਸੀਂ ਘਰ
ਇਹ ਸਾਡਾ ਕੰਪਲੀਟ ਐਡਰੈਸ ਹੈ। ਇਵੇਂ ਕੁਆਂਟਮ ਨੰਬਰਸ ਸਾਨੂੰ ਇਲੈਕਟ੍ਰੋਨ ਦਾ ਕੰਪਲੀਟ ਐਡਰੈਸ ਦੱਸਣਗੇ। ਠੀਕ ਹੈ, ਤਾਂ ਹੁਣ ਆਪਾਂ ਕੁਆਂਟਮ ਨੰਬਰਸ ਪੜ੍ਹਦੇ ਹਾਂ ਕਿ ਕੁਆਂਟਮ ਨੰਬਰਸ ਕੀ ਹੁੰਦੇ ਆ। A set of 4 numbers which give a complete information about the electron in an atom, that is its energy, shape, orientation and its spin। मतलब कि ਉਹਦੀ એનર્ਜੀ ਕਿੰਨੀ ਹੋਏਗੀ ਇਲੈਕਟ੍ਰੋਨ ਦੀ, ਸ਼ੇਪ ਕੀ ਹੋਏਗੀ ਉਹਦੀ, ਓਰੀਐਂਟੇਸ਼ਨ ਕੀ ਹੋਏਗੀ ਤੇ ਉਹਦੀ ਸਪਿਨ ਕੀ ਹੋਏਗੀ। ਓਰੀਐਂਟੇਸ਼ਨ ਦਾ ਮਤਲਬ ਕਿ ਕਿਹੜੇ ਮਤਲਬ ਇਹ ਕੋਆਰਡੀਨੇਟਸ ਤੇ ਲੈਣੇ ਆ ਬੇਟੇ, ਐਕਸ ਐਕਸਿਸ ਤੇ ਹੈ, ਐਕਸ ਐਕਸਿਸ ਵੱਲ ਹੈ, ਵਾਈ ਐਕਸਿਸ ਵੱਲ ਹੈ, ਕਿਉਂਕਿ 3 ਡਾਇਮੈਂਸ਼ਨਲ ਇਹ ਸਾਨੂੰ ਜਿਹੜੀ ਉਹਦੀ ਹੈ ਪ੍ਰੋਬੇਬਿਲਿਟੀ ਦੱਸਣਗੇ ਵਾਈ 'ਚ ਹੈ ਜਾਂ ਜ਼ੈਡ 'ਚ ਹੈ। ਐਂਡ ਇਟਸ ਸਪਿਨ ਕਿ ਸਪਿਨ ਕਿੱਧਰ ਨੂੰ ਕਰ ਰਿਹਾ ਇਲੈਕਟ੍ਰੋਨ, ਸਪਿਨ ਵੀ ਕਰਦਾ। ਠੀਕ ਹੈ, ਆਰ ਕਾਲਡ ਕੁਆਂਟਮ ਨੰਬਰਸ। ਤਾਂ ਹੁਣ ਆਪਾਂ ਸਾਰੇ ਕੁਆਂਟਮ ਨੰਬਰਸ 1 ਬਾਈ 1 ਪੜ੍ਹਾਂਗੇ। ਪਹਿਲਾਂ ਆਪਾਂ ਕੁਆਂਟਮ ਲੈਂਦੇ ਹਾਂ ਪ੍ਰਿੰਸੀਪਲ ਕੁਆਂਟਮ ਨੰਬਰ n। ਠੀਕ ਹੈ, ਪਹਿਲਾਂ ਕੀ ਹੈ ਪ੍ਰਿੰਸੀਪਲ ਕੁਆਂਟਮ ਨੰਬਰ, ਕਾਹਦੇ ਨਾਲ ਲਿਖਦੇ ਆ ਇਹਨੂੰ ਬੇਟੇ, ਸਮਾਲ n ਦੇ ਨਾਲ। ਹੁਣ ਇਹ ਸਾਨੂੰ ਕੀ ਦੱਸੇਗਾ, ਇਟ ਇਜ਼ ਅ ਪੋਜ਼ੀਟਿਵ ਇੰਟੀਜਰ, ਇਹ ਇੱਕ ਪੋਜ਼ੀਟਿਵ ਇੰਟੀਜਰ ਹੈ ਵਿਦ ਵੈਲਿਊਜ਼ of n is equal to 1 2 3 4 5 ਜਿੰਨੀ ਮਰਜ਼ੀ ਵੈਲਿਊ ਮਿਲ ਸਕਦੀ। ਇਹਨੂੰ ਅਸੀਂ ਕੇ ਐਲ ਐਮ ਐਨ ਐਲਫਾਬੈਟਿਕਲੀ ਲਿਖਦੇ ਹਾਂ, ਕੇ ਤੋਂ ਸਟਾਰਟ ਕਰਕੇ। ਇਹਨਾਂ ਨੂੰ ਅਸੀਂ ਉਵੇਂ ਵੀ ਲਿਖ ਸਕਦੇ ਹਾਂ ਸ਼ੈਲਜ਼ ਨੂੰ, ਆਪਾਂ ਪਹਿਲਾਂ ਪਿੱਛੇ ਪੜ੍ਹਿਆ ਸੀ ਬੋਹਰ ਦੀ ਥਿਊਰੀ 'ਚ। ਠੀਕ ਹੈ, ਤਾਂ n ਕੀ ਹੈ, ਇਹ ਨੰਬਰ ਆਫ ਸ਼ੈਲ ਹੈ, ਪਹਿਲਾ ਸ਼ੈਲ ਹੈ ਕਿ ਦੂਜੇ ਸ਼ੈਲ 'ਚ ਇਲੈਕਟ੍ਰੋਨ ਕਿ ਤੀਸਰੇ 'ਚ ਚੌਥੇ 'ਚ। ਇਹ ਸਾਨੂੰ ਮੇਨ એનર્ਜੀ ਸ਼ੈਲ ਦੱਸੇਗਾ। ਪ੍ਰਿੰਸੀਪਲ ਕੁਆਂਟਮ ਨੰਬਰ ਕੀ ਦੱਸਦਾ ਹੈ, ਮੇਨ એનર્ਜੀ ਸ਼ੈਲ ਕਿ ਕਿਹੜੇ ਆਰਬਿਟ 'ਚ ਨਿਊਕਲੀਅਸ ਤੋਂ ਕਿੰਨੀ ਦੂਰ ਹੈ, ਕਿਹੜੇ ਆਰਬਿਟ ਦੇ ਵਿੱਚ ਘੁੰਮ ਰਿਹਾ ਇਲੈਕਟ੍ਰੋਨ, ਉਹ ਸਾਨੂੰ ਦੱਸੇਗਾ n ਦੀ ਵੈਲਿਊ। ਦਿਸ ਕੁਆਂਟਮ ਨੰਬਰ ਡਿਟਰਮਿਨ ਦਾ ਸਾਈਜ਼ ਐਂਡ એનર્ਜੀ ਆਫ ਦਾ ਆਰਬਿਟ, ਕਿਉਂਕਿ ਹਰੇਕ ਆਰਬਿਟ ਦੀ એનર્ਜੀ ਕੀ ਹੁੰਦੀ ਹੈ, ਫਿਕਸ ਹੁੰਦੀ ਹੈ। ਤਾਂ ਜਿੰਨੀ એનર્ਜੀ ਕਿਹਦੀ ਹੁੰਦੀ ਹੈ ਸ਼ੈਲ ਦੀ, ਉਨੀ એનર્ਜੀ ਕਿਹਦੀ ਹੁੰਦੀ ਹੈ ਇਲੈਕਟ੍ਰੋਨ ਦੀ। ਤਾਂ ਇਹਦਾ ਮਤਲਬ ਸਾਨੂੰ એનર્ਜੀ ਪਤਾ ਲੱਗ ਜਾਏਗੀ। ਜੇ ਸਾਨੂੰ ਪਤਾ ਲੱਗਿਆ ਕਿ ਕਿਹੜੇ ਸ਼ੈਲ 'ਚ ਘੁੰਮ ਰਿਹਾ ਤਾਂ ਉਹਦੀ એનર્ਜੀ ਸਾਨੂੰ ਪਤਾ ਹੋਏਗੀ। ਆਪਾਂ ਪਿਛਲੇ ਕੀਤਾ ਸੀ ਕਿ એનર્ਜੀ ਹਰੇਕ ਸ਼ੈਲ ਦੀ ਡਿਫਰੈਂਟ ਹੈ, ਤਾਂ ਉਹਦੀ એનર્ਜੀ ਪਤਾ ਲੱਗ ਗਈ ਤਾਂ ਸਾਨੂੰ ਇਲੈਕਟ੍ਰੋਨ ਦੀ એનર્ਜੀ ਵੀ ਪਤਾ ਲੱਗ ਗਈ। ਠੀਕ ਹੈ, ਫਿਰ ਸਾਨੂੰ ਉਹਦੇ ਸਾਈਜ਼ ਦਾ ਵੀ ਪਤਾ ਲੱਗ ਜਾਏਗਾ। ਜਿਵੇਂ ਜਿਹੜਾ ਨਿਊਕਲੀਅਸ ਦੇ ਨੇੜੇ ਹੋਏਗਾ ਸਾਈਜ਼ ਛੋਟਾ ਹੋਏਗਾ, ਜਿਵੇਂ ਜਿਵੇਂ ਦੂਰ ਹੁੰਦਾ ਜਾਏਗਾ। ਅੱਗੋਂ ਆਪਾਂ ਪੜ੍ਹਾਂਗੇ ਜਦੋਂ ਤੁਹਾਨੂੰ ਡਿਟੇਲ ਪਤਾ ਲੱਗੇਗੀ ਕਿ ਸਾਈਜ਼ ਕਿਵੇਂ ਵੱਧਦਾ ਜਦੋਂ ਆਪਾਂ ਐਟੋਮਿਕ ਆਰਬਿਟਲਸ ਦੀ ਸ਼ੇਪ ਕਰਾਂਗੇ। ਠੀਕ ਹੈ, ਤਾਂ ਇਹ ਆਰਬਿਟਲਸ ਹੈ ਜਿਹੜੇ ਸਾਈਜ਼ ਤੇ ਉਹਦੀ એનર્ਜੀ ਬਾਰੇ ਦੱਸਦਾ ਹੈ। ਜਿਵੇਂ ਜਿਵੇਂ n ਦੀ ਵੈਲਿਊ ਵੱਧਦੀ ਜਾਏਗੀ ਦ ਨੰਬਰ ਆਫ ਆਰਬਿਟਲਸ ਇਨਕਰੀਜ਼ਸ, n ਦਾ ਨੰਬਰ ਵਧੇਗਾ, ਆਰਬਿਟਲ ਦਾ ਨੰਬਰ ਵੀ ਵੱਧਦਾ ਜਾਏਗਾ। ਠੀਕ ਹੈ, ਆਰਬਿਟਲ ਕਿਹਨੂੰ ਕਹਿੰਦੇ ਆ ਬੇਟੇ ਆਪਾਂ, ਆਰਬਿਟਲ ਦਾ ਨੰਬਰ ਕਿੰਨੇ, ਉਹਦੇ ਵਿੱਚ ਕਿੰਨੇ ਆਰਬਿਟਲਸ ਹੈ, ਵੇਵ ਫੰਕਸ਼ਨ ਦਾ ਸਕੁਅਰ ਹੈ ਜਿਹੜਾ ਉਹ ਰਿਪਰੈਜ਼ੈਂਟ ਕਰਦਾ ਹੈ। ਆਰਬਿਟਲਸ ਦਾ ਨੰਬਰ ਵੀ ਇਨਕਰੀਜ਼ ਹੁੰਦਾ ਜਾਏਗਾ। ਤੇ ਜਿਹੜਾ ਆਰਬਿਟਲਸ ਦਾ ਨੰਬਰ ਹੈ ਨਾ ਉਹ ਕਿਹਦੇ ਬਰਾਬਰ ਹੁੰਦਾ ਬੇਟੇ, n ਸਕੁਅਰ ਦੇ ਬਰਾਬਰ। ਕਿਸੇ એનર્ਜੀ ਇੱਕ ਸ਼ੈਲ ਦੇ ਵਿੱਚ ਇੱਕ ਟਰੈਕ ਬਣਾ ਦੇ ਆਪਾਂ ਨਿਊਕਲੀਅਸ ਦੇ ਦੁਆਲੇ, ਉਸ ਟਰੈਕ ਦੇ ਵਿੱਚ ਜਿਹੜੇ ਕਿੰਨੇ ਆਰਬਿਟਲ ਹੈ ਜਿਨ੍ਹਾਂ 'ਚ ਇਲੈਕਟ੍ਰੋਨ ਐਗਜ਼ਿਸਟ ਕਰ ਸਕਦਾ, ਜਿਹੜਾ ਘਰ ਹੈ ਇਲੈਕਟ੍ਰੋਨਾਂ ਦਾ, ਉਹ ਕਿੰਨੇ ਹੋ ਸਕਦੇ ਹੈ, n ਸਕੁਅਰ ਦੇ ਬਰਾਬਰ। ਜੇ n 1 ਹੈ ਤਾਂ ਕੀ ਹੋਏਗਾ, n ਸਕੁਅਰ 1 ਦਾ ਸਕੁਅਰ ਕੀ ਹੋਏਗਾ, 1 ਹੀ ਹੋਏਗਾ। ਤਾਂ ਇਹਦਾ ਮਤਲਬ ਆਰਬਿਟਲ ਇੱਕੋ ਹੀ ਹੋਏਗਾ। ਜੇ n 2 ਲੈ ਲਿਆ ਆਪਾਂ ਤਾਂ ਕੀ ਹੋਏਗਾ, 2 ਦਾ ਸਕੁਅਰ ਲੈ ਲਾਂਗੇ 4 ਹੋਣਗੇ। ਇਹਦਾ ਮਤਲਬ ਕੀ ਹੈ, ਦੂਜੇ ਸ਼ੈਲ ਦੇ ਵਿੱਚ ਟੋਟਲ ਆਰਬਿਟਲਸ ਕਿੰਨੇ ਹੋਣਗੇ, 4 ਹੋਣਗੇ। ਕਲੀਅਰ। ਤਾਂ ਇਹ ਜਿਹੜਾ ਨੰਬਰ ਆਫ ਆਰਬਿਟਲਸ ਹੈ ਨਾ, ਜਿਹੜਾ ਹਰੇਕ એનર્ਜੀ ਸ਼ੈਲ 'ਚ ਮਤਲਬ ਇੱਕ ਆਰਬਿਟ 'ਚ ਕਿੰਨੇ ਹੋਣਗੇ, n ਸਕੁਅਰ ਦੇ ਬਰਾਬਰ ਹੋਣਗੇ। ਕਲੀਅਰ। The maximum number of electrons which a shell can accommodate is 2n square। n square ਕੀ ਸੀ ਬੇਟੇ, orbitals, ਤੇ electrons ਕਿੰਨੇ ਹੋਣਗੇ ਉਹਨਾਂ 'ਚ, 2n square। ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਪਿੱਛੇ ਪੜ੍ਹਿਆ ਸੀ ਕਿ ਹਰੇਕ ਸ਼ੈਲ ਦੇ ਵਿੱਚ ਹਰੇਕ ਆਰਬਿਟਲ ਦੇ ਵਿੱਚ ਮੈਕਸਿਮਮ ਇਲੈਕਟ੍ਰੋਨ ਕਿੰਨੇ ਆ ਸਕਦੇ ਬੇਟੇ, 2। ਹਰੇਕ ਆਰਬਿਟਲ 'ਚ ਕਿੰਨੇ ਇਲੈਕਟ੍ਰੋਨ ਆ ਸਕਦੇ, ਵੱਧ ਤੋਂ ਵੱਧ 2। ਤੇ ਜੇ ਆਰਬਿਟਲ ਸਾਡੇ ਕੋਲ n ਸਕੁਅਰ ਹੈ ਤਾਂ ਉਹ 'ਚ ਇਲੈਕਟ੍ਰੋਨ ਕਿੰਨੇ ਹੋਣਗੇ, ਡਬਲ ਉਹਦੇ ਨਾਲੋਂ, 2n ਸਕੁਅਰ। ਠੀਕ ਹੈ, ਆ ਆਰਬਿਟਲ ਦਾ ਨੰਬਰ ਰਿਪਰੈਜ਼ੈਂਟ ਕਰਦਾ ਹੈ, ਇਹ ਕਿਹਨੂੰ ਕਰੇਗਾ, ਨੰਬਰ ਆਫ ਇਲੈਕਟ੍ਰੋਨਸ। ਤਾਂ 2n ਸਕੁਅਰ ਇਜ਼ ਨੰਬਰ ਆਫ ਇਲੈਕਟ੍ਰੋਨਸ ਇਨ ਅ ਪਾਰਟੀਕੂਲਰ એનર્ਜੀ ਲੈਵਲ। ਹੁਣ ਆਪਾਂ ਕਰਦੇ ਹਾਂ ਬੇਟੇ ਦੂਸਰਾ ਕੁਆਂਟਮ ਨੰਬਰ। ਦੂਸਰਾ ਕੁਆਂਟਮ ਨੰਬਰ ਕੀ ਹੈ, ਉਹਨੂੰ ਕਹਿੰਦੇ ਅਸੀਂ ਐਜ਼ੀਮਿਊਥਲ ਕੁਆਂਟਮ ਨੰਬਰ। ਐਜ਼ੀਮਿਊਥਲ ਕੁਆਂਟਮ ਨੰਬਰ ਜਿਹਨੂੰ ਅਸੀਂ L ਦੇ ਨਾਲ ਲਿਖਦੇ ਹਾਂ। ਐਜ਼ੀਮਿਊਥਲ ਕੁਆਂਟਮ ਨੰਬਰ ਕੀ ਹੈ, L ਦੇ ਨਾਲ ਕਰਦੇ ਹਾਂ। ਠੀਕ ਹੈ, ਇਟ ਇਜ਼ ਆਲਸੋ ਕਾਲਡ ਐਂਗੂਲਰ ਕੁਆਂਟਮ ਨੰਬਰ। ਇਹਨੂੰ ਅਸੀਂ ਐਂਗੂਲਰ ਕੁਆਂਟਮ ਨੰਬਰ ਵੀ ਕਹਿੰਦੇ ਹਾਂ, ਐਂਗੂਲਰ ਕੁਆਂਟਮ ਨੰਬਰ ਵੀ ਕਿਹਾ ਜਾਂਦਾ ਹੈ ਇਹਨੂੰ। ਈਚ ਸ਼ੈਲ ਕੰਸਿਸਟ ਆਫ 1 ਔਰ ਮੋਰ ਸਬ ਸ਼ੈਲ। ਹੁਣ ਹਰੇਕ એનર્ਜੀ ਲੈਵਲ ਹੈ ਨਾ ਬੇਟੇ, ਉਹ ਫਰਦਰ ਸਬ ਸੈਲ ਤੋਂ ਬਣਿਆ ਹੋਇਆ, ਸਬ ਸ਼ੈਲਸ ਤੋਂ ਬਣਿਆ ਹੋਇਆ ਜਾਂ ਸਬ ਲੈਵਲਸ ਤੋਂ ਬਣਿਆ ਹੋਇਆ। ਹੁਣ ਇਹ ਜਿਹੜਾ ਕੁਆਂਟਮ ਨੰਬਰ ਹੈ ਨਾ L,
ਇਹ ਸਾਨੂੰ ਦੱਸੇਗਾ ਕਿ ਇੱਕ એનર્ਜੀ ਸ਼ੈੱਲ ਦੇ ਵਿੱਚ ਕਿੰਨੇ ਸਬ ਸ਼ੈੱਲ ਹੁੰਦੇ ਆ। ਪ੍ਰਿੰਸੀਪਲ ਕੁਆਂਟਮ ਨੰਬਰ ਨੇ ਸਾਨੂੰ ਕੀ ਦੱਸਿਆ ਸੀ ਕਿ ਔਰ ਇਲੈਕਟ੍ਰੋਨ ਕਿਹੜੇ એનર્ਜੀ ਸ਼ੈੱਲ 'ਚ ਹੈ, ਸ਼ੈੱਲ ਦਾ ਨੰਬਰ ਦੱਸੇਗਾ। ਇਹ ਕੁਆਂਟਮ ਨੰਬਰ ਸਾਨੂੰ ਕੀ ਦੱਸੇਗਾ ਬੇਟੇ ਕਿ ਇੱਕ એનર્ਜੀ ਸ਼ੈੱਲ ਦੇ ਵਿੱਚ ਕਿੰਨੇ ਸਬ ਸ਼ੈੱਲ ਬਣੇ ਹੋਏ ਆ। ਅੱਗੋਂ ਉਹਦੇ ਫਿਰ ਛੋਟੇ ਛੋਟੇ ਸ਼ੈੱਲ ਦੇ ਅੰਦਰ ਸਬ ਸ਼ੈੱਲ ਬਣੇ ਹੋਏ ਆ। This quantum number gives the value of subshells in a shell. The number of subshells in a shell is equal to the value of n. मतलब एक शैल च किन्ने सबशैल होंगे जिन्नी n ਦੀ ਵੈਲਿਊ ਹੋਏਗੀ। मतलब ਜੇ ਆਪਾਂ ਪਹਿਲੇ ਸ਼ੈਲ 'ਚ सबशैल ਦੇਖਣੇ ਹੋਣ ਤਾਂ ਆਪਾਂ n ਦੀ ਵੈਲਿਊ ਕੀ ਲੈਣੇ ਪਹਿਲੇ ਸ਼ੈਲ 'ਚ ਬੇਟੇ 1 ਤਾਂ ਇਹਦਾ ਮਤਲਬ सबशैल ਕਿੰਨੇ ਹੋਣਗੇ ਇੱਕੋ ਹੀ ਹੋਏਗਾ 1। ਜੇ ਆਪਾਂ ਦੂਜਾ એનર્ਜੀ ਲੈਵਲ ਲੈ ਲਿਆ n = 2 ਤਾਂ ਉਹਦੇ 'ਚ सबशैल ਕਿੰਨੇ ਹੋਣਗੇ ਜਿੰਨੀ n ਦੀ ਵੈਲਿਊ n ਕਿੰਨਾ 2 ਤਾਂ सबशैल ਕਿੰਨੇ ਹੋਣਗੇ 2। ਦੂਜੇ એનર્ਜੀ ਸ਼ੈਲ ਦੇ ਵਿੱਚ सबशैल ਕਿੰਨੇ ਹੋਣਗੇ 2। ਜੇ ਆਪਾਂ ਤੀਜਾ सबशैल ਲੈ ਲਈਏ ਤੀਜਾ એનર્ਜੀ ਸ਼ੈਲ ਲੈ ਲਿਆ n = 3 ਤਾਂ ਇਹਦੇ 'ਚ सबशैल ਕਿੰਨੇ ਹੋਣਗੇ 3 ਹੋਣਗੇ। ਠੀਕ ਹੈ ਤਾਂ ਮਤਲਬ ਕੀ ਹੈ ਸਾਨੂੰ ਉਹਨੇ सबशैल ਹੁੰਦੇ ਆ ਹਰੇਕ એનર્ਜੀ ਲੈਵਲ ਦੇ ਵਿੱਚ ਜਿੰਨੀ n ਦੀ ਵੈਲਿਊ ਹੋਏਗੀ। ਠੀਕ ਹੈ ਦ ਵੈਲਿਊ ਆਫ l ਡਿਪੈਂਡਸ ਅਪਨ ਦ ਵੈਲਿਊ ਆਫ n। l ਦੀ ਵੈਲਿਊ ਕਿਹਦੇ ਤੇ ਡਿਪੈਂਡ ਕਰਦੀ ਹੈ ਬੇਟੇ n ਦੀ ਵੈਲਿਊ ਦੇ ਉੱਤੇ। ਫॉर ਅ ਗਿਵਨ ਵੈਲਿਊ ਆਫ n मतलब शैल ਜਿਹੜਾ ਸ਼ੈਲ ਦੇਤਾ ਸਾਨੂੰ ਮੇਨ એનર્ਜੀ ਸ਼ੈਲ ਉਹਦੇ ਵਾਸਤੇ ਸਬ ਸ਼ੈਲ ਦੀ ਵੈਲਿਊਜ਼ ਕੀ ਹੋਣਗੀਆਂ ਕਿੱਥੋਂ ਤੱਕ ਹੋਣਗੀਆਂ ਤਾਂ ਕੈਨ ਹੈਵ n ਵੈਲਿਊਜ਼ ਰੇਂਜਿੰਗ ਫਰੋਮ ਇਹਦੇ ਵਿੱਚ n ਵੈਲਿਊਜ਼ ਹੋਣਗੀਆਂ n ਦੀਆਂ। n ਸ਼ੈਲ ਦੇ ਵਿੱਚ ਸਬ ਸ਼ੈਲ ਹੈ ਜਿਹੜੇ ਉਹ n ਨੰਬਰ ਆਫ ਸਬ ਸ਼ੈਲਸ ਹੋਣਗੇ n ਵੈਲਿਊਜ਼ ਹੋਣਗੀਆਂ ਉਹਦੀਆਂ ਰੇਂਜਿੰਗ ਫਰੋਮ 0 to n - 1 ਤੱਕ। मतलब 0 ਤੋਂ ਸਟਾਰਟ ਕਰਾਂਗੇ ਆਪਾਂ ਕਿੱਥੋਂ ਤੱਕ ਜਾਏਗੀ ਵੈਲਿਊ n - 1 ਤੱਕ। मतलब कि जे n = 1 है तो l की वैल्यू की होएगी 0 तो स्टार्ट करनी 0 तो n - 1 पहला n - 1 कट के देख लो कितना होंगे। जे n 1 है तो n - 1 की हो गया बेटे 0 ही है तो 0 ही वैल्यू रहेगी एक ही सब शैल है। तो आप कितना क्या है n = 1 एक ही सब शैल होएगा। जे आप ले लीए n = 2 तो n = 2 ਦੇ ਵਿੱਚ n - 1 2 - 1 ਕੀ ਹੋਏਗਾ 1 ਤਾਂ ਆਪਣੀ ਅਖੀਰਲੀ ਵੈਲਿਊ 1 ਹੋਏਗੀ ਤੇ ਕਿੱਥੋਂ ਸਟਾਰਟ ਕਰਾਂਗੇ 0 ਤੋਂ 0 ਆਏਗਾ 1 ਆਏਗਾ ਦੋ ਹੀ ਵੈਲਿਊਜ਼ ਹੋਣਗੀਆਂ। ਤਾਂ n ਦੀ ਵੈਲਿਊ ਜੇ 2 ਹੈ ਤਾਂ ਇਹਦੀਆਂ ਦੋ ਵੈਲਿਊਜ਼ ਹੋਣਗੀਆਂ ਕਿਹੜੀਆਂ ਕਿਹੜੀਆਂ ਇੱਕ 0 ਇੱਕ 1। ਜੇ n ਦੀ ਵੈਲਿਊ 3 ਲੈ ਲਈ ਆਪਾਂ ਤਾਂ ਕੀ ਆ ਗਈਆਂ l ਦੀਆਂ ਵੈਲਿਊਜ਼ ਕੀ ਹੋ ਜਾਣਗੀਆਂ 0 ਫਿਰ 1 ਫਿਰ 2 ਕਿਉਂਕਿ n 3 ਹੈ 3 - 1 ਕੀ ਰਹਿ ਗਿਆ 2 2 ਤੱਕ ਵੈਲਿਊਜ਼ ਲਵਾਂਗੇ ਤਾਂ ਕੀ ਬਣ ਜਾਣੀਆਂ 0 1 ਐਂਡ 2। ਮਤਲਬ ਅਸੀਂ ਹਮੇਸ਼ਾ ਸਟਾਰਟ 0 ਤੋਂ ਕਰਨੀ ਹੈ ਵੈਲਿਊਜ਼ ਨੂੰ ਲੈ ਕੇ ਕਿੱਥੋਂ ਜਾਣਾ ਹੈ n - 1 ਤੱਕ ਜਿੰਨਾ ਤੁਹਾਨੂੰ n ਦਾ ਨੰਬਰ ਦਿੱਤਾ ਜੇ 1 ਹੈ ਤਾਂ n - 1 ਤੱਕ ਜੇ 2 ਹੈ ਤਾਂ n - 1 ਤੱਕ ਜੇ 3 ਹੈ 4 ਹੈ 5 ਹੈ ਜਿੰਨਾ ਮਰਜ਼ੀ ਲੈ ਲਓ n - 1 ਤੱਕ ਤੁਹਾਨੂੰ l ਦੀ ਵੈਲਿਊ ਲਾਸਟ ਹੋਣੀ ਚਾਹੀਦੀ ਹੈ। ਕਲੀਅਰ। ਹੁਣ ਜਿਹੜੀਆਂ l ਦੀਆਂ ਵੈਲਿਊਜ਼ ਹੈ ਬੇਟੇ ਉਹ ਕੀ ਹੈ वैल्यू ऑफ l 0 हो सकती है 1 हो सकती है 2 हो सकती है 3 हो सकती है 4 5 6 7 जिन्नी मर्जी हो सकती है ਇਹਦੀ वैल्यू। ਉਹਦੇ ਵਾਸਤੇ ਅਸੀਂ ਸਬ ਸ਼ੈਲ ਦੀਆਂ ਨੋਟੇਸ਼ਨਸ ਰੱਖਾਂਗੇ ਬੇਟੇ ਕਿ ਸਬ ਸ਼ੈਲ ਦੇ ਨਾਮ ਰੱਖਾਂਗੇ ਆਪਾਂ। ਹੁਣ ਇਹਨੂੰ ਤੁਸੀਂ ਯਾਦ ਕਰ ਲੈਣਾ ਇਹ ਬਹੁਤ ਯੂਜ਼ ਹੋਣਾ ਤੁਹਾਨੂੰ ਅੱਗੇ ਬਾਰ-ਬਾਰ ਆਉਣੀ ਚਾਹੀਦੀ ਹੈ ਕਿ ਜੇ l ਦੀ ਵੈਲਿਊ 0 ਹੈ ਦਾ ਮਤਲਬ ਹੈ ਜਿਹੜਾ ਸਬ ਸ਼ੈਲ ਹੈ ਉਹ ਕਿਹੜਾ s ਹੈ। ਸਬ ਸ਼ੈਲ ਇਜ਼ s ਜਦੋਂ l ਦੀ ਵੈਲਿਊ ਕੀ ਹੈ 0 है तो S है। जे L की वैल्यू 1 है तो उन्होंने असी P कहांगे सब शैल किहड़ा P है उसका नाम। जे L की वैल्यू 2 है तो उहदे सब शैल का नाम की है D है। जे 3 है तो सब शैल की नाम F है। जे 4 है वैल्यू L की तो G है फिर अल्फाबैटिकली है सारे S P D F करके उस तो बाद सारे की है अल्फाबैटिकली क्योंकि साडे जिहड़े नंबर ऑफ जिहड़े साडे कोले एलीमेंट्स है ना ਜਿਹੜੇ ਉਹਨਾਂ ਨੂੰ ਸਟੱਡੀ ਕਰਨਾ ਹੈ ਤਾਂ ਬਸ ਸਾਡੇ ਇੱਥੋਂ ਤੱਕ ਹੀ ਕੰਪਲੀਟ ਹੋ ਜਾਣੇ SPD ਤੇ F ਤੱਕ ਇੰਨੀ ਆਰਬਿਟਲ ਫਿਲ ਕਰਦੇ ਆ ਕਿਉਂਕਿ ਸਾਡੇ ਕੋਲ ਇਲੈਕਟ੍ਰੋਨ ਸਾਡੇ ਜਿਹੜੇ ਐਲੀਮੈਂਟਸ ਹੈ ਜਿਨ੍ਹਾਂ ਨੂੰ ਅਸੀਂ ਫਿਲ ਕਰਨਾ ਉਹਨਾਂ ਦੇ ਵਿੱਚ ਇਲੈਕਟ੍ਰੋਨ ਸਾਡੇ F ਤੱਕ ਕੰਪਲੀਟ ਹੋ ਜਾਂਦੇ ਆ। ਉਸ ਤੋਂ ਬਾਅਦ ਲਿਖ ਸਕਦੇ ਹੋ GH ਅਲਫਾਬੈਟਿਕਲੀ ਸਾਰੇ ਲਿਖਣੇ ਇਹ ਸਬ ਸ਼ੈਲ ਦਾ ਨੰਬਰ ਆਏਗਾ। ਠੀਕ ਹੈ। ਹੁਣ ਜੇ ਆਪਾਂ ਬੇਟੇ ਇਹਨਾਂ ਦਾ ਟੇਬਲ ਬਣਾਈਏ वैल्यू ऑफ n वैल्यू ऑफ l नेम ऑफ सबशैल नंबर ऑफ सबशैल n = 1 वैल्यू कितनी होएगी l दी 0 इको ही वैल्यू
0 ਤੋਂ ਲੈ ਕੇ n-1 ਤੱਕ ਵੈਲਿਊਜ਼ ਬਣਾਉਣੀਆਂ ਹੁੰਦੀਆਂ ਨਾ ਆਪਾਂ, ਤਾਂ ਇਹ 1 ਇੱਕੋ ਹੀ ਆਏਗੀ, 0 ਕੱਲੀ ਵੈਲਿਊ 0 ਹੈ। 0 ਦਾ ਮਤਲਬ ਕੀ ਹੁੰਦਾ ਵੈਸੇ, s, ਤਾਂ ਆਪਾਂ ਨਾਮ ਕੀ ਲਿਖਤਾ s। ਇਹ 1n ਦਾ ਵੈਲਿਊ ਪਹਿਲਾਂ ਲਿਖ ਦਿਓ, ਫਿਰ ਲਿਖ ਦਿਓ ਇਹਦਾ ਨਾਮ, ਤਾਂ ਕੀ ਬਣ ਗਿਆ 1s। ਤੇ ਇਹ ਕਿੰਨਾ ਆਰਬਿਟਲ ਹੈ ਬੇਟੇ, ਜਿਹੜੇ ਸਬਸ਼ੈਲ ਕਿੰਨੇ ਹੈ, ਇੱਕੋ ਹੀ ਹੈ, ਜਿੰਨੀਆਂ ਇਹਦੀਆਂ ਵੈਲਿਊਜ਼ ਹੈ ਉਹਨੇ ਸਬਸ਼ੈਲ ਹੈ। ਇੱਕ ਵੈਲਿਊ ਇਹ ਤਾਂ ਕਿੰਨੇ ਸਬਸ਼ੈਲ ਹੋ ਗਏ, 1। ਪਹਿਲੇ ਸ਼ੈਲ ਦੇ ਵਿੱਚ ਸਬਸ਼ੈਲ ਕਿੰਨੇ ਹੁੰਦੇ ਆ ਬੇਟੇ, 1। ਹੁਣ ਦੂਜੇ ਸ਼ੈਲ ਦੇ ਵਿੱਚ ਆ ਜਾਓ, n = 2। ਇਹਦੀਆਂ ਵੈਲਿਊ ਕਿੰਨੀਆਂ ਹੋਣਗੀਆਂ, 2 ਹੋਣਗੀਆਂ। ਜਿੰਨੀ n ਦੀ ਵੈਲਿਊ ਉਨੀਆਂ l ਦੀਆਂ ਵੈਲਿਊਜ਼ ਹੋਣਗੀਆਂ, ਸਟਾਰਟਿੰਗ ਫਰੋਮ 0 ਅਪ ਟੂ n-1। ਤਾਂ ਕਿੰਨੀਆਂ ਆ ਗਈਆਂ, 0 and 1। 0 ਦਾ ਮਤਲਬ s, 2s, ਪਹਿਲਾਂ ਕਿਹੜਾ ਆ ਗਿਆ ਸਬਸ਼ੈਲ, 2s, ਫਿਰ 2p, ਠੀਕ ਹੈ, 1p ਨੂੰ ਰਿਪਰੈਜ਼ੈਂਟ ਕਰ ਰਿਹਾ, ਤਾਂ 2p, 2s ਐਂਡ 2p ਇਹ ਸਬ ਸ਼ੈਲ ਦੇ ਨਾਮ ਆ ਗਏ। ਦੂਜੇ ਸ਼ੈਲ ਦੇ ਵਿੱਚ 2 ਸਬ ਸ਼ੈਲ ਹੋਣਗੇ, ਕਿਹੜੇ ਕਿਹੜੇ, 2s ਐਂਡ 2p। ਤਾਂ ਕਿੰਨੇ ਸਬ ਸ਼ੈਲ ਹੈ, 2 ਹੈ, ਠੀਕ ਹੈ, 2 ਸਬ ਸ਼ੈਲ, 2s ਐਂਡ 2p। ਕਲੀਅਰ। ਹੁਣ ਆ ਗਿਆ ਬੇਟੇ n = 3। ਤਾਂ ਇਹਦੀਆਂ l ਦੀਆਂ ਵੈਲਿਊਜ਼ ਕਿੰਨੀਆਂ ਆ ਗਈਆਂ, 0 1 2। ਸਬ ਸ਼ੈਲ ਕਿਹੜੇ ਹੋ ਗਏ, 3s 3p 3d, 2 ਦੀ ਵੈਲਿਊ ਕੀ ਦਿੰਦੀ ਹੈ, d, 3s 3p। ਇਹਨੂੰ ਮਤਲਬ ਇਹਨੂੰ ਨਹੀਂ ਭੁੱਲਣਾ, ਇਹਨੂੰ ਰੱਟਾ ਮਾਰ ਲਓ, ਬਸ ਯਾਦ ਰੱਖੋ ਇਹਨੂੰ, 3s 3p 3d। ਕਿੰਨੇ ਸਬ ਸ਼ੈਲ ਹੈ, 3, 3s ਹੈ, 3p ਹੈ, ਤੇ 3d ਹੈ। ਜਿੰਨੀਆਂ ਵੈਲਿਊਜ਼ ਹੈ ਉਹਨੇ ਸਬ ਸ਼ੈਲ ਹੈ। ਤੀਜੇ ਸ਼ੈਲ ਦੇ ਵਿੱਚ 3 ਸਬ ਸ਼ੈਲ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ, s p ਤੇ d। ਪਹਿਲੇ 'ਚ ਇਕੱਲਾ ਹੀ s ਹੈ, ਦੂਜੇ 'ਚ s ਤੇ p ਹੈ, ਤੀਜੇ 'ਚ s p ਤੇ d ਹੈ, ਚੌਥੇ 'ਚ ਅਗਲਾ ਹੋਰ ਵੀ ਆ ਜਾਣੇ ਆ। ਕਿੰਨੀਆਂ ਵੈਲਿਊਜ਼ ਹੋ ਗਈਆਂ, 1 2 0 1 2 3, 4s 4p 4d ਐਂਡ 4f। 3 ਦੀ ਵੈਲਿਊ ਕੀ ਦੇਗੀ, f। ਇਹ ਸਬ ਸ਼ੈਲ ਆ ਗਈ ਸਾਡੇ ਕੋਲ। ਕਿੰਨੇ ਸਬ ਸ਼ੈਲ ਹੈ ਬੇਟੇ, s p d ਐਂਡ f। 4 ਕਿੰਨੇ ਹੋ ਗਏ, 4 ਸਬ ਸ਼ੈਲਸ। ਤਾਂ ਹੁਣ ਇਹ ਕੁਆਂਟਮ ਨੰਬਰ ਸਾਨੂੰ ਬੇਟੇ ਕੀ ਦੱਸਦਾ ਹੈ, ਸਬ ਸ਼ੈਲ ਦਾ ਨੰਬਰ, ਕਿ ਕਿੰਨੇ ਸਬ ਸ਼ੈਲ ਹੋਣਗੇ ਕਿਸੇ ਵੀ ਮੇਨ એનર્ਜੀ ਸ਼ੈਲ ਦੇ ਵਿੱਚ। ਤਾਂ ਇਹਨੂੰ ਅਸੀਂ ਕਹਿੰਦੇ ਹਾਂ ਐਜ਼ੀਮੂਥਲ ਕੁਆਂਟਮ ਨੰਬਰ। ਇੱਕ ਚੀਜ਼ ਹੋਰ ਦੱਸਦਾ ਬੇਟੇ ਇਹ ਤੁਹਾਨੂੰ, ਉਹਦੀ ਐਂਗੂਲਰ ਮੋਮੈਂਟਮ ਦੱਸਦਾ ਇਲੈਕਟ੍ਰੋਨ ਦੀ ਕਿੰਨੀ ਹੋਏਗੀ, ਉਹਨੂੰ ਅਸੀਂ ਕੈਪੀਟਲ L ਨਾਲ ਲਿਖਦੇ ਹਾਂ। ਦਿਸ ਕੁਆਂਟਮ ਨੰਬਰ ਆਲਸੋ ਗਿਵਸ ਦਾ ਐਂਗੂਲਰ ਮੋਮੈਂਟਮ ਆਫ ਦਾ ਇਲੈਕਟ੍ਰੋਨ ਇਨ ਐਨੀ ਸਬ ਸ਼ੈਲ। ਇਟ ਇਜ਼ ਗਿਵਨ ਬਾਈ √L × L + 1 × h/2π। ਬਸ ਵੈਲਿਊ ਪੁੱਟ ਕਰਨੀ ਹੈ ਕਿਹਦੀ, L ਦੀ, ਉਹਦੀ ਐਂਗੂਲਰ ਮੋਮੈਂਟਮ ਆ ਜਾਏਗੀ ਇਲੈਕਟ੍ਰੋਨ ਦੀ। L ਦੀ ਵੈਲਿਊ ਪੁੱਟ ਕਰਦੇ ਜਾਓ, L ਦੀ ਵੈਲਿਊ ਕਿਉਂ ਹੈ, ਜੇ 1 ਹੈ, ਜੇ 0 ਵੈਲਿਊ ਹੈ ਤਾਂ 0 ਪੁੱਟ ਕਰ ਦਿਓ, h/2π ਹੀ ਆ ਜਾਏਗੀ, ਠੀਕ ਹੈ। ਤਾਂ ਫਿਰ ਕੀ ਹੈ, ਜੇ ਇੱਥੇ ਤੁਹਾਡੇ ਕੋਲ ਆ ਜਾਣਾ ਹੈ n ਦੀ ਵੈਲਿਊ 2 ਭਰ ਦਿਓ, ਇੱਥੇ l ਦੀ ਵੈਲਿਊ 2 ਪੁੱਟ ਕਰੋ, ਮਲਟੀਪਲਾਈ ਕਰੋ, ਸਾਰਾ ਵੈਲਿਊ ਕੈਲਕੂਲੇਟ ਕਰੋ, ਉਹ ਐਂਗੂਲਰ ਮੋਮੈਂਟਮ ਆ ਜਾਏਗੀ ਸੈਕੰਡ ਸ਼ੈਲ ਦੇ ਵਿੱਚ। ਤਾਂ ਹਰੇਕ l ਦੀ ਵੈਲਿਊ ਦੇ ਉੱਤੇ ਡਿਪੈਂਡ ਕਰਦੀ ਹੈ ਐਂਗੂਲਰ ਮੋਮੈਂਟਮ ਆਫ ਇਲੈਕਟ੍ਰੋਨ, ਠੀਕ ਹੈ। ਅੱਜ ਦੀ ਵੀਡੀਓ ਲਈ ਇਹ ਨੈਕਸਟ ਟੌਪਿਕ ਆਪਾਂ ਜਿਹੜਾ ਕੁਆਂਟਮ ਨੰਬਰ ਆਪਾਂ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ ਬੇਟਾ।